ਧੰਨ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਜਾਨੀ ਨਾਨਕ ਜੀ ਮਨ ਮਾਤਾ ਤਾਣ ਦਈ ਤਬ ਮੋਹ ਕਨਾਤਾ। ਜੁਗੋ ਜੁਗ ਅਟਲ ਚਬਰ ਸਬਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੇ ਅਤ ਸਤਿਕਾਰਯੋਗ ਸਤਸੰਗੀ ਜਨੋ। ਸਤਿਗੁਰਾਂ ਜੀ ਦੀ ਅਪਾਰ ਰਹਿਮਤ ਹੈ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਜੋ ਅਸੀਂ ਰੋਜ਼ਾਨਾ ਹੀ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚੋਂ ਕੁਝ ਸਮਾਂ ਕੱਢ ਕੇ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠ ਕੇ ਜਿੱਥੇ ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਦੇ ਹਾਂ, ਨਾਲ ਹੀ ਨਾਲ ਗੁਰ ਇਤਿਹਾਸ ਤੋਂ ਜਾਣੂ ਹੋਣ ਦਾ ਯਤਨ ਵੀ ਕਰਦੇ ਹਾਂ। ਪਿਛਲੇ ਕੁਝ ਦਿਨਾਂ ਤੋਂ ਅਸੀਂ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਪੂਰਬ ਰਾਤ ਦੇ ਅਧਿਆਏ 5ਵੇਂ ਦੀ ਕਥਾ ਜੋ ਲੜੀਵਾਰ ਹੈ ਉਹ ਚੱਲ ਰਹੀ ਹੈ। ਜਿਸ ਦੇ ਪ੍ਰਸੰਗ ਦਾ ਸਿਰਲੇਖ
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਲ ਲੀਲਾ ਦੇ ਕੋਤਕ ਹੈ, ਉਹ ਵਿਚਾਰ ਅਸੀਂ ਪਿਛਲੇ ਦਿਨਾਂ ਤੋਂ ਸਰਵਣ ਕਰਦੇ ਆ ਰਹੇ ਹਾਂ। ਆਓ ਅੱਜ ਦੇ ਪ੍ਰਸੰਗ ਦੀ ਆਰੰਭਤਾ ਕਰਨ ਤੋਂ ਪਹਿਲਾਂ ਕੁਝ ਕੁ ਪੰਛੀ ਝਾਤ ਅਸੀਂ ਪਿਛਲੇ ਦੀਵਾਨਾਂ ਦੇ ਅੰਦਰ ਮਾਰ ਲਈਏ, ਤਾਂ ਜੋ ਅੱਜ ਦੇ ਇਸ ਪ੍ਰਸੰਗ ਦੀ ਲੜੀ ਨੂੰ ਸਮਝਣ ਦੇ ਵਿੱਚ ਅਸੀਂ ਸੋਖ ਮਹਿਸੂਸ ਕਰ ਸਕੀਏ। ਕੱਲ ਤੱਕ ਦੇ ਦੀਵਾਨਾਂ ਦੇ ਵਿੱਚ ਅਸੀਂ ਇੱਥੋਂ ਤੱਕ ਵਿਚਾਰ ਸਰਵਣ ਕਰ ਚੁੱਕੇ ਹਾਂ ਕਿ ਪਹਿਰ ਰਾਤ ਰਹਿਣ ਦਾ ਸਮਾਂ ਹੁੰਦਾ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਤੇ ਮਾਤਾ ਤ੍ਰਿਪਤਾ ਦੇਵੀ ਜੀ ਜੋ ਸੁੰਦਰ ਪਲੰਘ ਦੇ ਉੱਤੇ ਬਿਰਾਜਮਾਨ ਹੋ ਕੇ ਆਰਾਮ ਕਰ ਰਹੇ ਨੇ, ਤੇ ਇਸੇ ਤਰ੍ਹਾਂ ਰਾਤ ਹੀ ਰਾਤ ਮਾਤਾ ਤ੍ਰਿਪਤਾ ਜੀ ਨੂੰ ਇੱਕ ਸੁਪਨਾ ਆਉਂਦਾ ਹੈ। ਸੁਪਨੇ ਦੇ ਵਿੱਚ ਵੇਖਦੇ ਨੇ ਕਿ ਜਿੰਨੇ ਵੀ ਦੇਵਤੇ ਸਨ ਸਾਰਿਆਂ ਨੇ ਆਪਣੇ ਹੱਥਾਂ ਦੇ ਵਿੱਚ ਫੁੱਲ ਫੜੇ ਹੋਏ ਨੇ, ਤੇ ਨਾਲ ਹੀ ਨਾਲ ਚੰਦਨ ਇਤਆਦਿਕ ਜੋ ਸੁਗੰਧੀਆਂ ਨੇ ਉਹ ਸਾਰੀਆਂ ਹੀ ਸਾਰੀਆਂ ਆਪਣੇ ਹੱਥਾਂ ਦੇ ਵਿੱਚ ਫੜੀਆਂ ਨੇ, ਤੇ ਇੱਕ ਸੋਹਣਾ ਸਿੰਘਾਸਨ ਲੱਗਾ ਹੋਇਆ ਹੈ ਜਿਸ ਦੇ ਉੱਤੇ ਹੀਰੇ ਮੋਤੀ ਜਵਾਹਰਾਤ ਇਤਆਦਿਕ ਲੱਗੇ ਹੋਏ ਨੇ। ਤੇ ਮਾਤਾ ਜੀ ਨਾਲ ਹੀ ਨਾਲ ਸੁਪਨੇ ਦੇ ਵਿੱਚ ਵੇਖਦੇ ਨੇ ਕਿ ਉਹ ਦੇਵੀ ਦੇਵਤੇ ਜਿਹੜੇ ਹੱਥਾਂ ਦੇ ਵਿੱਚ ਫੁੱਲ ਲੈ ਕੇ ਖੜੇ ਹੋਏ ਨੇ, ਤੇ ਉਸ ਸਿੰਘਾਸਨ ਦੇ ਉੱਤੇ ਆਪਣੇ ਪੁੱਤਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਬੈਠਿਆਂ ਦੇਖਦੇ ਨੇ। ਤੇ ਜਦੋਂ ਇਹ ਸਾਰਾ ਕੁਝ ਦੇਖਦੇ ਨੇ ਤੇ ਨਾਲ ਹੀ ਨਾਲ ਦੇਵਤੇ ਜਿਹੜੇ ਜੈ ਜੈਕਾਰ ਕਰਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਮਸਕਾਰਾਂ ਕਰਦੇ ਹੋਏ, ਸੀਸ ਝੁਕਾਉਂਦੇ ਹੋਏ ਬੇਨਤੀਆਂ ਰਜੋਈਆਂ ਕਰਦੇ ਨੇ ਕਿ ਤੁਸੀਂ ਧਰਤੀ ਦੇ ਉੱਤੇ ਧਰਤੀ ਦਾ ਆਸਰਾ ਬਣਨ ਦੇ ਵਾਸਤੇ, ਧਰਤੀ ਦੀ ਦੁਰਦਸ਼ਾ ਵਿੱਚ ਸੁਧਾਰ ਕਰਨ ਵਾਸਤੇ, ਧਰਤੀ ਦੇ ਦੁੱਖਾਂ ਦਾ ਭਾਰ ਹੌਲਾ ਕਰਨ ਵਾਸਤੇ, ਕਲਯੁਗ ਜੀਵਾਂ ਦਾ ਉਧਾਰ ਕਰਨ ਵਾਸਤੇ ਧਰਤੀ ਦੇ ਉੱਤੇ ਪ੍ਰਗਟ ਹੋਏ ਹੋ। ਇਹ ਸਾਰਾ ਕੁਝ ਜਦੋਂ ਮਾਤਾ ਜੀ ਸੁਪਨੇ ਦੇ ਵਿੱਚ ਦੇਖਦੇ ਨੇ, ਤੇ ਜਦੋਂ ਸੁਪਨੇ ਦੇ ਵਿੱਚੋਂ ਬਾਹਰ ਨਿਕਲ ਕੇ ਜਾਗ ਆਉਂਦੀ ਹੈ ਤਾਂ ਦੇਖਦੇ ਨੇ ਕਿ ਜਿਸ ਚੰਦਨ ਦਾ ਛਿੜਕਾਅ ਸੁਪਨੇ ਦੇ ਵਿੱਚ ਦੇਵਤਿਆਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਉੱਪਰ ਕੀਤਾ ਸੀ, ਜਦੋਂ ਉੱਠ ਕੇ ਆਪਣੇ ਬਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਰੀਰ ਨੂੰ ਦੇਖਦੇ ਨੇ, ਸਰੀਰ ਨੂੰ ਹੱਥ ਲਗਾਉਂਦੇ ਨੇ, ਤਾਂ ਉਹਨਾਂ ਦੇ ਸਰੀਰ ਦੇ ਵਿੱਚੋਂ ਵੀ ਉਹ ਚੰਦਨ ਦੀ ਖੁਸ਼ਬੂ ਜਿਹੜੀ ਹੈ ਉਹ ਆਣੀ ਸ਼ੁਰੂ ਹੋ ਜਾਂਦੀ ਹੈ। ਇਹ ਸਾਰਾ ਕੁਝ ਵਰਤਾਂਤ ਦੇਖਦਿਆਂ ਮਾਤਾ ਜੀ ਬੜੇ ਹੀ ਹੈਰਾਨ ਹੁੰਦੇ ਨੇ, ਤੇ ਉਹਨਾਂ ਨੂੰ ਸਮਝ ਨਹੀਂ ਆ ਰਹੀ, ਮਨ ਦੇ ਵਿੱਚ ਅਨੁਮਾਨ ਲਗਾ ਰਹੇ ਨੇ ਵੀ ਇਹ ਸੁਪਨਾ ਸੀ ਜਾਂ ਹਕੀਕਤ ਸੀ। ਮਾਤਾ ਜੀ ਦੁਬਿਧਾ ਦੇ ਵਿੱਚ ਪੈ ਜਾਂਦੇ ਨੇ, ਤੇ ਇਹ ਪ੍ਰਸੰਗ ਅਸੀਂ ਕੱਲ ਦੇ ਦੀਵਾਨਾਂ ਤੱਕ ਸਰਵਣ ਕਰ ਚੁੱਕੇ ਹਾਂ। ਆਓ ਜੋ ਅਗਲੇਰਾ ਪ੍ਰਸੰਗ ਹੈ ਉਸ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਘਰ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਸਾਹਿਬਾਂ ਨੂੰ ਸੀਸ ਝੁਕਾਉਂਦਿਆਂ ਹੋਇਆਂ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਨੀ ਨਾਨਕ ਜੀ ਮਨ ਮਾਤਾ, ਤਾਣ ਦਈ ਤਬ ਮੋਹ ਕਨਾਤਾ। ਜਦੋਂ ਮਾਤਾ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਇਹ ਸਾਰਾ ਕੁਝ ਜਾਣ ਲਿਆ, ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਨੇ ਕਿ ਇਹ ਪੁੱਤਰ ਕਿਸੇ ਅਵਤਾਰ ਦਾ ਰੂਪ ਲੱਗਦਾ ਹੈ, ਇਸ ਨੂੰ ਅਵਤਾਰ ਕਰਕੇ ਜਾਣਿਆ। ਤਾਂ ਜਦੋਂ ਇਹ ਸਾਰੀ ਮਹਿਮਾ ਮਾਤਾ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਜਾਣ ਲਈ, ਤਾਣ ਦਈ ਤਬ ਮੋਹ ਕਨਾਤਾ। ਕਨਾਤ ਦਾ ਭਾਵ ਹੁੰਦਾ ਹੈ ਚਾਨਣੀ, ਤੇ ਫਿਰ ਉਹਨਾਂ ਨੇ ਜਿਹੜੀ ਮੋਹ ਦੀ ਸੀ, ਪਿਆਰ ਦੀ ਕਨਾਤ ਸੀ, ਉਹ ਤਾਣ ਦਿੱਤੀ। ਭਾਵ ਮੋਹ ਦੇ ਵਿੱਚ ਮਮਤਾ ਜਾਗ ਪਈ। ਮਾਤਾ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ ਅਸੀਂ ਇਸੇ ਪ੍ਰਸੰਗ ਦੇ ਵਿੱਚ ਸਰਵਣ ਕੀਤਾ ਕਿ ਕਿਸ ਤਰ੍ਹਾਂ ਮਾਤਾ ਜੀ ਕਿਤੇ ਗੁੱਸੇ ਵੀ ਹੋ ਜਾਂਦੇ ਨੇ, ਤੇ ਨਾਲ ਹੀ ਨਾਲ ਬਾਅਦ ਦੇ ਵਿੱਚ ਪਛਤਾਵਾ ਵੀ ਜ਼ਾਹਰ ਕਰਦੇ ਨੇ, ਤੇ ਆਪਣੇ ਪੁੱਤਰ ਦੇ ਪ੍ਰਤੀ ਪਿਆਰ ਦੀ ਭਾਵਨਾ ਜਿਹੜੀ ਹੈ ਉਹ ਜ਼ਾਹਰ ਕਰਦੇ ਨੇ। ਇਸੇ ਤਰ੍ਹਾਂ ਜਦੋਂ ਮਾਤਾ ਜੀ ਨੇ ਹੁਣੇ ਸੁਪਨਾ ਜਦੋਂ ਦੇਖਿਆ ਸੀ ਨਾ, ਨੀਂਦ ਦੇ ਵਿੱਚੋਂ ਬਾਹਰ ਆਉਂਦੇ ਨੇ, ਨੀਂਦ ਦੇ ਵਿੱਚੋਂ ਨਿਕਲ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤੀ ਪਿਆਰ ਦੀ ਜਿਹੜੀ ਕਨਾਤ ਹੈ, ਪਿਆਰ ਜਿਹੜਾ ਹੈ ਉਹਨਾਂ ਦੇ ਪ੍ਰਤੀ ਜ਼ਾਹਰ ਕਰਦੇ ਨੇ, ਤੇ ਉਹਨਾਂ ਦੇ ਹਿਰਦੇ ਦੇ ਵਿੱਚ ਮਾਂ ਦੀ ਜਿਹੜੀ ਮਮਤਾ ਸੀ ਉਹ ਜਾਗ ਪੈਂਦੀ ਹੈ। ਜਾਗੇ ਪੁਨ ਕਰ ਕੈ ਮੁਖ ਰੂਖਾ,
ਕਹੈ ਮਾਤ ਦੇ ਭੋਜਨ ਭੂਖਾ। ਤੇ ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਮੁਖੜਾ ਸੀ ਉਹ ਵੇਖਦੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੀ ਉੱਠ ਪੈਂਦੇ ਨੇ ਤੇ ਉੱਠਦੇ ਸਾਰ ਹੀ ਕਹਿਣ ਲੱਗ ਪੈਂਦੇ ਨੇ, ਕਹੇ ਮਾਤ ਦੇ ਭੋਜਨ ਭੁੱਖਾ, ਕਿ ਹੇ ਮਾਤਾ ਜੀ ਮੈਨੂੰ ਬਹੁਤ ਭੁੱਖ ਲੱਗੀ ਹੈ, ਮੈਨੂੰ ਖਾਣ ਦੇ ਲਈ ਕੁਝ ਭੋਜਨ ਦਿੱਤਾ ਜਾਵੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੀਂਦ ਦੇ ਵਿੱਚ ਉੱਠ ਕੇ ਆਪਣੇ ਮਾਤਾ ਜੀ ਨੂੰ ਕੁਝ ਖਾਣ ਦੇ ਲਈ, ਕੁਝ ਭੋਜਨ ਪ੍ਰਾਪਤ ਕਰਨ ਦੇ ਲਈ ਇੱਛਾ ਜ਼ਾਹਰ ਕਰਦੇ ਨੇ ਤੇ ਆਖਦੇ ਨੇ ਕਿ ਹੇ ਮਾਤਾ ਜੀ ਮੈਂ ਬਹੁਤ ਭੁੱਖਾ ਹਾਂ, ਨਿਸਕੀ ਭੂਲੀ ਸਕਲ ਵਿਚਾਰਾ, ਲਖੀਰ ਦੇ ਸੁਤ ਮੈਂ ਭੁਖਿਆਰਾ। ਤੇ ਫਿਰ ਮਾਤਾ ਜੀ ਉਹ ਰਾਤ ਵਾਲੀ ਜਿਹੜੀ ਸੀ ਸ਼ਕਲ ਦੇਖਦੇ ਨੇ ਨਾ, ਜਿਸ ਦੇ ਰੁੱਖੇਪਨ ਦੇ ਵਿੱਚ ਸ਼ਕਲ ਦੇ ਉੱਤੇ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਚਿਹਰਾ ਵੇਖਦੇ ਨੇ ਨਾ, ਉਹ ਸਾਰੀ ਸ਼ਕਲ ਦੇ ਬਾਰੇ ਸੋਚਿਆ ਤੇ ਫਿਰ ਮਨ ਦੇ ਵਿੱਚ ਵਿਚਾਰ ਕੀਤੀ ਵੀ ਹਾਂ ਭਾਈ ਇਸ ਦੇ ਸਰੀਰ ਦੇ ਹਾਵ ਭਾਵ ਵੀ ਜਿਹੜੇ ਨੇ ਉਹ ਦੱਸਦੇ ਨੇ ਵੀ ਹਾਂ ਬਈ ਇਹ ਪੁੱਤਰ ਜਿਹੜਾ ਹੈ ਭੁੱਖਾ ਹੈ, ਇਸ ਨੂੰ ਭੁੱਖ ਲੱਗੀ ਗਈ ਹੈ। ਤੇ ਇਸ ਤਰ੍ਹਾਂ ਮਾਤਾ ਜੀ ਆਪਣੇ ਪੁੱਤਰ ਦੇ ਬਾਬਤ ਸਮਝ ਜਾਂਦੇ ਨੇ। ਦਦ ਸੋ ਅਸਨ ਦੀਨ ਹਿਤ ਖਾਨੇ, ਜੋ ਆਗੇ ਜਾਣੇ ਤਿਉ ਜਾਣੇ। ਦਦ ਦਾ ਭਾਵ ਹੈ ਦਹੀਂ। ਤੇ ਫਿਰ ਜਦੋਂ ਮਾਤਾ ਜੀ ਨੇ ਆਪਣੇ ਪੁੱਤਰ ਦੀ ਇੱਛਾ ਜਿਹੜੀ ਸੀ ਉਹ ਪੂਰੀ ਕਰਨ ਦੇ ਵਾਸਤੇ ਤੇ ਮਾਤਾ ਜੀ ਨੇ ਆਪਣੇ ਪੁੱਤਰ ਨੂੰ ਭੋਜਨ ਦੇ ਨਾਲ ਜਿਹੜਾ ਸੀ ਇੱਕ ਦਹੀਂ ਦਾ ਕਟੋਰਾ ਦਿੱਤਾ, ਦਹੀਂ ਦੇ ਦਿੱਤਾ। ਫਿਰ ਕਹਿੰਦੇ ਜਿਉਂ ਆਗਿਆ ਜਾਣੈ ਤਿਉਂ ਜਾਣੇ, ਵੀ ਜਿਵੇਂ ਅੱਗੇ ਮਾਤਾ ਜੀ ਉਹਨਾਂ ਨੂੰ ਜਾਣਦੇ ਸੀ ਉਸੇ ਤਰ੍ਹਾਂ ਹੀ ਜਾਣਨ ਲੱਗ ਪਏ। ਭਾਵ ਜਿਹੜਾ ਹੁਣ ਸੁਪਨਾ ਵੇਖਿਆ ਸੀ ਨਾ, ਉਸ ਸੁਪਨੇ ਤੋਂ ਨਿਕਲ ਕੇ ਆਪਣੀ ਨਿੱਜੀ ਕਾਰ ਦੇ ਵਿੱਚ ਜਿਸ ਤਰ੍ਹਾਂ ਮਾਤਾ ਜੀ ਆਪਣੇ ਪੁੱਤਰ ਦੇ ਪ੍ਰਤੀ ਪਿਆਰ ਜ਼ਾਹਰ ਕਰਦੇ ਨੇ, ਜਿਸ ਤਰ੍ਹਾਂ ਦੀ ਰੋਜ਼ਾਨਾ ਕਾਰ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਨੇ ਨਾ, ਉਹ ਸਾਰਾ ਕੁਝ ਹੀ ਦੁਬਾਰਾ ਤੋਂ ਮਾਤਾ ਜੀ ਉਸ ਕਾਰ ਦੇ ਵਿੱਚ ਲੱਗ ਜਾਂਦੇ ਨੇ। ਦੋਹਰਾ ਅਸਨ ਸਦਨ ਤੇ ਅਚਬਕੈ, ਮਿਲੇ ਬਾਲ ਮਹਿ ਜਾਲ, ਪਦ ਨੂੰ ਪ੍ਰਕਟ ਕਿੰਕਣੀ, ਹੋਬਤ ਸ਼ਬਦ ਵਿਸਾਲ। ਤੇ ਫਿਰ ਆਖਦੇ ਨੇ ਕਿ ਜਿਹੜਾ ਬਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਨਾ, ਉਹ ਬਾਲ ਘਰ ਦੇ ਵਿੱਚੋਂ ਖਾਣਾ ਖਾ ਕੇ, ਘਰ ਦੇ ਵਿੱਚੋਂ ਭੋਜਨ ਛਕ ਕੇ ਨਾ, ਅਚਬਕੈ ਮਿਲੇ ਬਾਲ ਜਿਹੇ ਜਾਲ, ਤੇ ਆਪਣੇ ਬਹੁਤ ਸਾਰੇ ਬਾਕੀ ਸਾਥੀਆਂ ਦੇ ਨਾਲ ਉਹਨਾਂ ਨੂੰ ਮਿਲਣ ਦੇ ਵਾਸਤੇ ਜਾਂਦੇ ਨੇ। ਤੇ ਰਸਤੇ ਦੇ ਵਿੱਚ ਜਦੋਂ ਤੁਰਦੇ ਨੇ ਨਾ, ਪਦ ਨੂੰ ਪਰ ਕਟ ਕਿੰਕਣੀ, ਭਾਵ ਪੈਰਾਂ ਦੇ ਵਿੱਚ ਜਿਹੜੇ ਗਹਿਣੇ ਪਾਏ ਹੋਏ ਨੇ, ਹੱਥਾਂ ਦੇ ਵਿੱਚ ਜਿਹੜੇ ਕੜੇ ਪਾਏ ਹੋਏ ਨੇ, ਅਤੇ ਜਿਹੜੀ ਤੜਾਗੀ ਹੈ, ਕਿੰਕਣੀ ਦਾ ਭਾਗ ਹੁੰਦਾ ਤੜਾਗੀ, ਜਿਹੜੀ ਘੁੰਗਰੂਆਂ ਵਾਲੀ ਤੜਾਗੀ ਉਹਨਾਂ ਦੇ ਲੱਕ ਦੇ ਨਾਲ ਬੰਨੀ ਹੋਈ ਹੈ ਨਾ, ਇਹ ਸਾਰੇ ਗਹਿਣੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰਸਤੇ ਦੇ ਵਿੱਚ ਚੱਲਦੇ ਨੇ, ਇਹ ਸਾਰੇ ਗਹਿਣੇ ਆਪਸ ਦੇ ਵਿੱਚ ਜਦੋਂ ਆਵਾਜ਼ ਕਰਦੇ ਨੇ ਨਾ, ਤਾਂ ਕਹਿੰਦੇ ਬਹੁਤ ਸੁੰਦਰ ਨਾਦ ਪੈਦਾ ਕਰਦੇ ਹਨ। ਚੋਪਈ ਵਿਚਰੇ ਖੇਲਣ ਮਹਿ ਅਨੁਰਾਗੇ, ਭਾਗੇ ਭਾਗੇ ਬਾਲ ਸੁਪਾਗੇ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਬਾਲਕ ਸਾਥੀਆਂ ਦੇ ਨਾਲ ਖੇਡਣ ਦੇ ਵਿੱਚ ਬੜੀ ਰੁਚੀ ਰੱਖਦੇ ਨੇ। ਵਿਚਰੇ ਖੇਲਣ ਮਹਿ ਅਨੁਰਾਗੇ, ਤੇ ਇਸੇ ਤਰ੍ਹਾਂ ਕਹਿੰਦੇ ਨੇ ਵੀ ਜਦੋਂ ਖੇਡਦੇ ਨੇ ਨਾ, ਤਾਂ ਖੇਡ ਕੇ ਬਹੁਤ ਪ੍ਰਸੰਨ ਹੁੰਦੇ ਨੇ। ਭਾਗੇ ਭਾਗੇ ਬਾਲ ਸੁਭਾਗੇ, ਵੀ ਜਦੋਂ ਉਹ ਦੌੜਦੇ ਨੇ, ਜਦੋਂ ਉਹ ਭੱਜਦੇ ਨੇ, ਤੇ ਬਾਕੀ ਦੇ ਜਿਹੜੇ ਬੱਚੇ ਨੇ ਨਾ, ਦੂਸਰੇ ਵੀ ਭਾਗਾਂ ਵਾਲੇ ਨੇ, ਉਹ ਬਾਲ ਜਿਹੜੇ ਨੇ ਉਹ ਮਗਰ ਹੀ ਮਗਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮਗਰ ਦੌੜਦੇ ਨੇ, ਉਹਨਾਂ ਦੇ ਨਾਲ ਨਾਲ ਭੱਜੇ ਜਾਂਦੇ ਨੇ। ਥਿਰ ਹੋਬਤ ਥਿਤ ਹੋਵਹਿ ਸਾਰੇ, ਬੈਸੇ ਬੈਸ ਜਾਏ ਇੱਕ ਬਾਰੇ। ਥਿਰ ਦਾ ਭਾਵ ਹੈ ਖੜੇ ਹੋਣਾ, ਖਲੋਣਾ, ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਖੜੇ ਹੁੰਦੇ ਨੇ ਨਾ, ਖਲੋ ਜਾਂਦੇ ਨੇ। ਥਿਤ ਹੋਵਹਿ ਸਾਰੇ, ਭਾਵ ਬਾਕੀ ਦੇ ਬਾਲਕ ਵੀ ਉਹਨਾਂ ਦੇ ਮਗਰ ਲੱਗ ਕੇ ਖਲੋ ਜਾਂਦੇ ਨੇ। ਬੈਸੇ ਬੈਸ ਜਾਏ ਇੱਕ ਬਾਰੇ, ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੈਠਦੇ ਨੇ ਤਾਂ ਉਸ ਦੇ ਨਾਲ ਹੀ ਜਿਹੜੇ ਬਾਕੀ ਦੇ ਸਾਰੇ ਬਾਲਕ ਨੇ ਨਾ, ਉਹ ਇੱਕੋ ਵਾਰੀ ਬੈਠ ਜਾਂਦੇ ਨੇ।
ਜਿਹੋ ਜੀ ਕਲਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਰਤਾਉਂਦੇ ਨੇ, ਜੇਕਰ ਉਹ ਦੌੜਦੇ ਨੇ ਤਾਂ ਬਾਲਕ ਵੀ ਦੌੜਨ ਲੱਗ ਜਾਂਦੇ ਨੇ। ਜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਖਲੋ ਜਾਂਦੇ ਨੇ ਤਾਂ ਬਾਕੀ ਦੇ ਬਾਲਕ ਵੀ ਖਲੋ ਜਾਂਦੇ ਨੇ। ਜਿੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੈਠਦੇ ਨੇ, ਬਾਕੀ ਦੇ ਉਹਨਾਂ ਦੇ ਸਾਥੀ ਵੀ ਉਸੇ ਥਾਂ ਦੇ ਉੱਤੇ ਬੈਠ ਜਾਂਦੇ ਨੇ। ਨਾਨਕ ਆਨਨ ਪਣੇ ਕਹਾਣੀ, ਭਗਤ ਵਿਰਾਗ ਵੇਖੇ ਜੋ ਸਾਨੀ। ਤੇ ਫਿਰ ਉਹ ਇੱਛਾ ਜ਼ਾਹਰ ਕਰਦੇ ਨੇ ਜਿਹੜੇ ਬਾਲਕ ਸਾਥੀ ਨੇ ਨਾ, ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮੁਖ ਦੇ ਕੁਚੋਂ ਕੋਈ ਕਹਾਣੀ ਸੁਣਦੇ ਨੇ, ਕੋਈ ਵਿਚਾਰ ਸੁਣਦੇ ਨੇ। ਭਗਤ ਵਿਰਾਗ ਵੇਖੇ ਜੋ ਸਾਨੀ, ਜਿਹੜੀ ਭਗਤੀ ਅਤੇ ਵਿਰਾਗ ਵਿੱਚ ਕਹਿੰਦੇ ਜਿਨ੍ਹਾਂ ਦਾ ਕੋਈ ਵੀ ਸਾਨੀ ਨਹੀਂ ਨਾ, ਭਗਤੀ ਦੇ ਵਿੱਚ ਵਿਰਾਗ ਦੇ ਵਿੱਚ ਜਿਨ੍ਹਾਂ ਦਾ ਕੋਈ ਵੀ ਮੁਕਾਬਲਾ ਨਹੀਂ ਨਾ ਕਰ ਸਕਦਾ, ਤੇ ਇਹੋ ਜਿਹੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮੁਖ ਦੇ ਵਿੱਚੋਂ ਕੋਈ ਕਥਾ ਸਾਰਤਾ ਸੁਣਨ ਦੀ ਇੱਛਾ ਜ਼ਾਹਰ ਕਰਦੇ ਨੇ। ਸ਼ਰਵਨ ਮਨਨ ਕਰਹਿ ਹਿਰਦਿ ਆਸਾ, ਹੁਣ ਸੁਣਨੇ ਕੀ ਵਧੇ ਪਿਆਸਾ। ਤੇ ਇਸੇ ਜਿੱਦਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਬਾਲਕ ਸਾਥੀਆਂ ਨੂੰ ਕੋਈ ਕਥਾ ਸਾਰਤ ਜਾਂ ਜਿਹੜੀ ਸੁਣਾਉਂਦੇ ਨੇ ਨਾ, ਤੋ ਜਦੋਂ ਸੁਣਦੇ ਨੇ ਅਤੇ ਵਿਚਾਰਨ ਨੂੰ ਜਿਹੜਾ ਹੈ ਉਹ ਨਿਤ ਧਾਰਨ ਕਰਦੇ ਨੇ। ਤੇ ਫਿਰ ਪੁਣ ਸੁਣਨੇ ਕੀ ਵਧੇ ਪਿਆਸਾ, ਜਦੋਂ ਗੁਰੂ ਸਾਹਿਬ ਜੀ ਇੱਕ ਵਾਰੀ ਕੋਈ ਕਹਾਣੀ ਸੁਣਾ ਦਿੰਦੇ ਨੇ ਨਾ, ਕੋਈ ਵਿਚਾਰ ਚਰਚਾ ਕਰਦੇ ਨੇ, ਦੁਬਾਰਾ ਤੋਂ ਫਿਰ ਕਹਿੰਦੇ ਨੇ ਵੀ ਉਹਨਾਂ ਬਾਲਕਾਂ ਦੇ ਵਿੱਚ, ਉਹਨਾਂ ਸਾਥੀਆਂ ਦੇ ਵਿੱਚ ਫਿਰ ਤੋਂ ਉਹ ਸੁਣਨ ਦੀ ਜਿਹੜੀ ਪਿਆਸ ਹੈ, ਉਹ ਤਾਂਘ ਜਿਹੜੀ ਹੈ ਵੱਧਦੀ ਜਾਂਦੀ ਹੈ ਵੀ ਫਿਰ ਤੋਂ ਕੋਈ ਨਾ ਕੋਈ ਸਾਨੂੰ ਕਹਾਣੀ ਜਿਹੜੀ ਹੈ ਦੁਬਾਰਾ ਸੁਣਾਣੀ ਕਰੋ। ਗਿਰਾ ਸੁਗੰਧ ਬਦਨ ਅਰਬਿੰਦਾ, ਜੁਗਤ ਯੁਗਤ ਸੁੰਦਰ ਮਕਰੰਦਾ। ਕਹਿੰਦੇ ਵੀ ਜਿਹੜੀ ਉਹਨਾਂ ਦੀ ਬਾਣੀ ਹੈ ਨਾ, ਉਹ ਜਿਹੜੇ ਵੀ ਵਿਚਾਰ ਕਰਦੇ ਨੇ ਆਪਣੇ ਮੁਖ ਦੇ ਵਿੱਚ, ਉਹ ਜਿਹੜੇ ਵੀ ਸ਼ਬਦ ਬੋਲਦੇ ਨੇ ਨਾ, ਜਿਹੜੇ ਵੀ ਸ਼ਬਦ ਦਾ ਉਚਾਰਨ ਕਰਦੇ ਨੇ, ਉਹਨਾਂ ਦੀ ਬਾਣੀ ਜਿਹੜੀ ਹੈ ਬੜੀ ਮਿੱਠੀ ਹੈ। ਸੁਗੰਧ ਭਾਵ ਮਿੱਠੀ ਅਤੇ ਸੁਗੰਧਿਤ ਹੈ। ਯੁਗਤ ਯੁਗਤ ਸੁੰਦਰ ਮਕਰੰਦਾ, ਵੀ ਸਾਰੀ ਕਮਲ ਦੇ ਫੁੱਲ ਵਰਗੀ ਹੈ। ਜਿਸ ਤਰ੍ਹਾਂ ਕਮਲ ਦਾ ਫੁੱਲ ਬਹੁਤ ਸੋਹਣਾ ਲੱਗਦਾ ਹੈ ਨਾ, ਕਮਲ ਦਾ ਫੁੱਲ ਦੇਖ ਕੇ ਸਾਰੇ ਹੀ ਪ੍ਰਭਾਵਿਤ ਹੁੰਦੇ ਨੇ ਉਸ ਦੀ ਸੁੰਦਰਤਾ ਤੋਂ ਦੇਖ ਕੇ। ਇਸੇ ਤਰ੍ਹਾਂ ਉਹਨਾਂ ਦੀ ਜਿਹੜੀ ਬੋਲ ਬਾਣੀ ਹੈ, ਉਹਨਾਂ ਦੀ ਜਿਹੜੀ ਵਿਚਾਰ ਚਰਚਾ ਹੈ ਨਾ, ਜਿੱਥੇ ਬਹੁਤ ਹੀ ਮਿੱਠੀ ਸੁਗੰਧਿਤ ਤੇ ਹੈ, ਨਾਲ ਹੀ ਨਾਲ ਉਹ ਕੋਮਲ ਫੁੱਲਾਂ ਦੇ ਵਰਗੀ ਸੋਹਣੀ ਵੀ ਹੈ। ਬਾਲ ਬ੍ਰਿੰਦ ਸਮ ਭਏ ਮਿਲੰਦਾ, ਸ਼ਰਪਨ ਪੈ ਕਰਹਿ ਅਗਾਤ ਆਨੰਦਾ। ਤੇ ਕਹਿੰਦੇ ਵੀ ਇਸੇ ਤਰ੍ਹਾਂ ਜਿਹੜੇ ਸਾਰੇ ਹੈ ਨਾ ਬਾਲ ਨੇ ਨਾ, ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਵਿਚਾਰ ਚਰਚਾ ਸੁਣਦੇ ਨੇ, ਜਿਸ ਤਰ੍ਹਾਂ ਕਮਲ ਦੇ ਫੁੱਲਾਂ ਵਰਗੀ ਵਿਚਾਰ ਚਰਚਾ ਕਰਦੇ ਨੇ ਨਾ, ਜਿਸ ਤਰ੍ਹਾਂ ਕਮਲ ਦੇ ਫੁੱਲ ਦੇ ਦੁਆਲੇ ਜਾਂ ਹੋਰ ਫੁੱਲਾਂ ਦੇ ਦੁਆਲੇ ਉਸ ਦੀ ਸੁਗੰਧਤ ਦੇ ਲਈ, ਉਸ ਦੇ ਕੋਲੋਂ ਰਸ ਇਕੱਠਾ ਕਰਨ ਦੇ ਲਈ ਜਿਹੜੇ ਭੌਰੇ ਨੇ ਜਾਂ ਹੋਰ ਮੱਖੀਆਂ ਨੇ ਉਸ ਦੇ ਉੱਤੇ ਆ ਕੇ ਬੈਠਦੀਆਂ ਨੇ ਨਾ, ਇਸੇ ਤਰ੍ਹਾਂ ਉਹ ਜਿਸ ਤਰ੍ਹਾਂ ਫੁੱਲਾਂ ਦੇ ਦੁਆਲੇ ਘੁੰਮਦੇ ਨੇ, ਬਾਕੀ ਦੇ ਬੱਚੇ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦੁਆਲੇ ਇਸ ਤਰ੍ਹਾਂ ਘੁੰਮਦੇ ਨੇ। ਤੇ ਫਿਰ ਬਾਲ ਬ੍ਰਿੰਦ ਸਮ ਭਏ ਮਲੰਦਾ, ਤੇ ਸ਼ਰਵਣ ਪੈ ਕਰਹਿ ਅਗਾਤ ਆਨੰਦਾ। ਤੇ ਇਸੇ ਤਰ੍ਹਾਂ ਕੰਨਾਂ ਦੇ ਨਾਲ ਉਹ ਇਲਾਹੀ ਰਸ ਪੀਂਦੇ ਨੇ ਤੇ ਬਹੁਤ ਆਨੰਦ ਪ੍ਰਾਪਤ ਕਰਦੇ ਨੇ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਵਿਚਾਰ ਸੁਣਦੇ ਨੇ, ਨਾਲ ਹੀ ਨਾਲ ਆਪਣੇ ਜੀਵਨ ਦੇ ਵਿੱਚ ਬਹੁਤ ਆਨੰਦ ਮਹਿਸੂਸ ਕਰਦੇ ਨੇ। ਦੋਹਰਾ ਆਵਤ ਜਾਵਤ ਮਣਜ ਕੋ, ਸੁਣਤ ਠਾਠ ਹੋਏ ਜਾਏ, ਪੰਡਤ ਸੇ ਮਧੁਰੇ ਲਗੇ, ਕੀਰਤ ਬਦਨ ਅਲਾਏ। ਕਹਿੰਦੇ ਵੀ ਜਿਹੜਾ ਵੀ ਆਉਂਦਾ ਜਾਂਦਾ ਮਨੁੱਖ ਜਦ ਗੁਰੂ ਜੀ ਦੀ ਮਧੁਰ ਆਵਾਜ਼ ਸੁਣਦਾ ਹੈ ਨਾ, ਜਿਹੜੀ ਉਹ ਆਪਣੇ ਸਾਥੀਆਂ ਦੇ ਨਾਲ ਵਿਚਾਰ ਚਰਚਾ ਕਰਦੇ ਨੇ ਨਾ, ਜਿਹੜਾ ਵੀ ਕੋਈ ਰਾਹੀ, ਕੋਈ ਮੁਸਾਫਿਰ ਉਹਨਾਂ ਦੀ ਇਹ ਵਿਚਾਰ ਚਰਚਾ ਉਹਨਾਂ ਦੀ ਸੁਣਦਾ ਹੈ, ਉਹਨਾਂ ਦੇ ਮੁਖ ਤੋਂ ਮਿੱਠੇ ਬੋਲ ਸੁਣਦਾ ਹੈ ਨਾ, ਤਾਂ ਉਹ ਮਸਤ ਹੋ ਕੇ ਖੜਾ ਹੋ ਜਾਂਦਾ ਹੈ। ਉਹ ਉਹਨਾਂ ਦੀ ਆਵਾਜ਼ ਸੁਣਨ ਦੇ ਲਈ ਖੜਾ ਹੋ ਜਾਂਦਾ ਹੈ ਤੇ ਉਹ ਇਸ ਤਰ੍ਹਾਂ ਬੋਲਦੇ ਨੇ ਕਿ ਉਹਨਾਂ ਦੇ ਬੋਲ ਪੰਡਤਾਂ ਵਰਗੇ ਮਿੱਠੇ ਲੱਗਦੇ ਨੇ। ਪੰਡਤ ਦਾ ਭਾਵ ਕਿਸੇ ਖਾਸ ਧਾਰਮਿਕ ਲਿਬਾਸ ਵਾਲੇ ਮਨੁੱਖ ਦਾ ਨਹੀਂ। ਆਮ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਨਾ ਕਿ ਬ੍ਰਾਹਮਣ ਮੱਤ, ਹਿੰਦੂ ਮੱਤ ਦੇ ਵਿੱਚ ਜਿਹੜੇ ਪੂਜਾ ਪਾਠ ਕਰਦੇ ਨੇ ਜਾਂ ਮੰਦਰ ਦੇ ਪੁਜਾਰੀ ਨੇ, ਅਸੀਂ ਉਹਨਾਂ ਨੂੰ ਪੰਡਿਤ ਕਹਿ ਦਿੰਦੇ ਹਾਂ। ਪਰ ਗੁਰਬਾਣੀ ਦੇ ਅਨੁਸਾਰ ਪੰਡਿਤ ਜਿਸ ਦੇ ਕੋਲ ਗਿਆਨ ਹੈ ਨਾ, ਜਿਹੜਾ ਗਿਆਨਵਾਨ ਮਨੁੱਖ ਹੈ, ਜਿਹੜਾ ਗਿਆਨ ਦਾ ਜਗਿਆਸੂ ਹੈ, ਗਿਆਨ ਨੂੰ ਜਾਣਨ ਦੀ ਇੱਛਾ ਜ਼ਾਹਰ ਕਰਦਾ ਹੈ,
ਜਿਸ ਦੇ ਵਿੱਚ ਗਿਆਨ ਦਾ ਭੰਡਾਰਾ ਭਰਿਆ ਹੋਇਆ, ਉਹ ਅਸਲ ਦੇ ਵਿੱਚ ਪੰਡਿਤ ਹੈ ਗੁਰਬਾਣੀ ਦੇ ਅਨੁਸਾਰ। ਇੱਥੇ ਵੀ ਕਵੀ ਜੀ ਆਖਦੇ ਨੇ ਵੀ ਇਸ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਿਚਾਰ ਚਰਚਾ ਕਰਦੇ ਨੇ ਨਾ, ਸਾਰੇ ਰਾਹੀ ਉਹਨਾਂ ਦੀ ਰਾਹ ਦੇ ਵਿੱਚ ਦੇਖ ਕੇ, ਉਹਨਾਂ ਦੀ ਬੋਲ ਬਾਣੀ ਦੇਖ ਕੇ ਖੜੇ ਹੋ ਜਾਂਦੇ ਨੇ ਤੇ ਮਸਤ ਹੋ ਜਾਂਦੇ ਨੇ। ਤੇ ਉਹਨਾਂ ਦੇ ਬੋਲ ਜਿਹੜੇ ਕਹਿੰਦੇ ਨੇ ਪੰਡਿਤਾਂ ਵਰਗੇ ਮਿੱਠੇ ਲੱਗਦੇ ਨੇ, ਵੀ ਜਿਸ ਤਰ੍ਹਾਂ ਕੋਈ ਗਿਆਨਵਾਨ ਮਨੁੱਖ ਨਾ ਕੋਈ ਗਿਆਨ ਵੰਡਦਾ ਹੋਵੇ, ਤੇ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਜਦੋਂ ਮਿੱਠੇ ਬੋਲ ਬੋਲਦੇ ਨੇ, ਉਹਨਾਂ ਦੇ ਬੋਲਾਂ ਦੇ ਵਿੱਚੋਂ ਗਿਆਨ ਹਾਸਲ ਕਰਦੇ ਨੇ। ਉਹਨਾਂ ਦੀ ਕੀਰਤੀ ਸਰੀਰ ਵਿੱਚ ਹੁਲਾਸ ਪੈਦਾ ਕਰਦੀ, ਸਰੀਰ ਦੇ ਵਿੱਚ ਉਤਸ਼ਾਹ ਪੈਦਾ ਕਰਦੀ, ਸਰੀਰ ਦੇ ਵਿੱਚ ਆਨੰਦ ਪੈਦਾ ਕਰਦੀ ਹੈ। ਚੌਪਈ ਇਹ ਬਾਲਕ ਕੈਸੇ ਬਚ ਬੋਲੇ, ਬਾਲ ਬੈਸ ਹੈ ਬੋਲੇ ਬੋਲੇ। ਤੇ ਸਾਰੇ ਜਦੋਂ ਉਹਨਾਂ ਦੀ ਆਵਾਜ਼ ਸੁਣਦੇ ਨੇ, ਮਿੱਠੇ ਬਚਨ ਸੁਣਦੇ ਨੇ, ਮਨ ਦੇ ਵਿੱਚ ਅਨੁਮਾਨ ਲਗਾਉਂਦੇ ਨੇ। ਫਿਰ ਸਾਰੇ ਇਹੀ ਆਖਦੇ ਨੇ ਕਿ ਇਹ ਬਾਲਕ ਕਿੰਨੇ ਮਿੱਠੇ ਬਚਨ ਬੋਲਦਾ ਹੈ। ਬਾਲ ਬੈਸ ਹੈ ਬੋਲ ਅਮੁੱਲੇ, ਕਿ ਇਹ ਬੜੇ ਅਮੁੱਲ ਬਚਨ ਜਿਹੜਾ ਹੈ ਉਹ ਬੋਲਦਾ ਹੈ। ਇਹ ਬਚਨਾਂ ਦਾ ਕੋਈ ਵੀ ਮੁੱਲ ਨਹੀਂ, ਇਹ ਬਚਨ ਜਿਹੜੇ ਨੇ ਕਿਸੇ ਵੀ ਕੀਮਤ ਦੇ ਮੁਹਤਾਜ ਨਹੀਂ। ਇਹਨਾਂ ਦੇ ਜਿਹੜੇ ਬੋਲ ਨੇ, ਇਹਨਾਂ ਦੇ ਜਿਹੜੇ ਬਚਨ ਨੇ ਬਹੁਤ ਹੀ ਅਮੁੱਲ ਨੇ। ਚੰਦ ਬਦਨ ਤੇ ਸੁਦਾ ਸਮਾਨੀ, ਸ਼ਰੁਤ ਦਰ ਪਾਨਦ ਬੋਲਤ ਬਾਣੀ। ਚੰਦ ਦਾ ਭਾਵ ਚੰਦਰਮਾ, ਬਦਨ ਦਾ ਭਾਵ ਹੈ ਸਰੀਰ। ਤੇ ਇਸੇ ਤਰ੍ਹਾਂ ਕਹਿੰਦੇ ਨੇ ਕਿ ਚੰਦ ਰੂਪੀ ਮੁਖੜੇ ਦੇ ਵਿੱਚੋਂ, ਚੰਦ ਰੂਪੀ ਸਰੀਰ ਦੇ ਵਿੱਚੋਂ, ਉਹਨਾਂ ਦੇ ਜਵਾਨ ਦੇ ਵਿੱਚੋਂ ਅੰਮ੍ਰਿਤ ਵਰਸਦਾ ਹੈ। ਉਹਨਾਂ ਦੇ ਜਵਾਨ ਦੇ ਵਿੱਚੋਂ, ਉਹਨਾਂ ਦੀ ਰਸਨਾ ਦੇ ਵਿੱਚੋਂ, ਉਹਨਾਂ ਦੇ ਚੰਨ ਰੂਪੀ ਮੁਖੜੇ ਦੇ ਵਿੱਚੋਂ ਅੰਮ੍ਰਿਤ ਵਸਦਾ ਹੈ। ਸ਼ਰੁਤ ਦਰ ਪਾਨੰਦ ਬੋਲਤ ਬਾਣੀ, ਕਿ ਇਸ ਬੋਲੀ ਹੋਈ ਬਾਣੀ ਨੂੰ ਬਾਲਕ ਕੰਨਾਂ ਦੇ ਰਾਹੀਂ ਪੀਂਦੇ ਨੇ। ਭਾਵ ਜੋ ਵੀ ਇਹ ਵਿਚਾਰ ਚਰਚਾ ਕਰਦੇ ਨੇ ਨਾ, ਜੋ ਵੀ ਵਿਚਾਰ ਕਰਕੇ ਆਪਣੇ ਸਾਥੀਆਂ ਨੂੰ ਸੁਣਾਉਂਦੇ ਨੇ, ਉਹ ਸਾਰੇ ਦੇ ਸਾਰੇ ਬਾਲਕ ਉਹਨਾਂ ਦੀ ਵਿਚਾਰ ਤੋਂ ਪ੍ਰਭਾਵਿਤ ਹੁੰਦੇ ਨੇ। ਹੁਣ ਅਸੀਂ ਇੱਥੇ ਇੱਕ ਵਿਚਾਰ ਪਿਛਲੇ ਦੀਵਾਨਾਂ ਦੇ ਵਿੱਚ ਵੀ ਸਰਵਣ ਕਰ ਚੁੱਕੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਘਰ ਦੇ ਵਿੱਚੋਂ ਵਸਤੂਆਂ ਲੈ ਕੇ ਬਾਹਰ ਦਾਨ ਕਰਦੇ ਨੇ, ਦਇਆ ਦਿਖਾਉਂਦੇ ਨੇ, ਬਾਹਰ ਛੱਡ ਕੇ ਆ ਜਾਂਦੇ ਨੇ ਤੇ ਘਰ ਦੇ ਇਸ ਦੇ ਵਿੱਚ ਨਾਰਾਜ਼ਗੀ ਵੀ ਜ਼ਾਹਰ ਕਰਦੇ ਨੇ। ਹੁਣ ਜਿਹੜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ 5 ਸਾਲ ਦੀ ਉਮਰ ਦੇ ਵਿੱਚ ਘਰ ਦੇ ਵਿੱਚੋਂ ਕੋਈ ਚੀਜ਼ ਲੈ ਕੇ ਜਾਂ ਕਿਸੇ ਲੋੜਵੰਦ ਨੂੰ ਦੇਖਦੇ ਨੇ, ਉਸ ਦਾ ਭਲਾ ਕਰਦੇ ਨੇ ਨਾ, ਤਾਂ ਫਿਰ ਉਹ ਜਿਹੋ ਜੀ ਸੋਚ ਉਹਨਾਂ ਦੀ ਹੈ, ਕਿਸੇ ਦੀ ਲਈ ਦਇਆ ਭਾਵਨਾ ਜਾਗਦੀ ਹੈ, ਤਾਂ ਉਹ ਫਿਰ ਆਪਣੇ ਬਾਲਕ ਸਾਥੀਆਂ ਦੇ ਨਾਲ ਵਿਚਾਰ ਚਰਚਾ ਵੀ ਫਿਰ ਇਹ ਦਇਆ ਵਾਲੀ ਜਾਂ ਹੋਰ ਰੱਬੀ ਇਲਾਹੀ ਦੀ ਸਿਫਤ ਸਲਾਹ ਹੀ ਕਰਦੇ ਹੋਣਗੇ। ਇਸੇ ਤਰ੍ਹਾਂ ਕਹਿੰਦੇ ਨੇ ਵੀ ਜਿਹੋ ਜੀ ਉਹ ਬੋਲ ਬਾਣੀ ਜਿਹੜੀ ਵਿਚਾਰ ਚਰਚਾ ਕਰਦੇ ਨੇ ਨਾ, ਉਹਨਾਂ ਦੇ ਵਿੱਚੋਂ ਅੰਮ੍ਰਿਤ ਵਰਸਦਾ ਹੈ। ਤੇ ਜਿਹੜੇ ਵੀ ਬਾਲ ਸਾਥੀ ਜਿਹੜੇ ਉਹਨਾਂ ਦੇ ਵਿਚਾਰ ਚਰਚਾ ਸੁਣਦੇ ਨੇ, ਉਹ ਕੰਨਾਂ ਦੇ ਰਾਹੀਂ ਅੰਮ੍ਰਿਤ ਰੂਪੀ ਰਸ ਜਿਹੜਾ ਨੇ ਉਹ ਪੀਂਦੇ ਨੇ। ਚੌਪਈ ਲੱਗੀ ਸੁਣ ਕੀ ਪ੍ਰੀਤ ਕਨੇਰੀ, ਸੰਗ ਨਾ ਤਜੇ ਰਹੇ ਮੁਖ ਹੇਰੀ। ਤੇ ਕਹਿੰਦੇ ਜਿਹੜੇ ਬਾਲਕ ਨੇ ਨਾ, ਲੱਗੀ ਸਿਸਣ ਕੀ ਪ੍ਰੀਤ ਕਨੇਰੀ, ਤੇ ਉਹਨਾਂ ਬਾਲਕਾਂ ਦੀ, ਸਿਸ ਦਾ ਭਾਵ ਹੁੰਦਾ ਬਾਲਕ ਤੇ ਸਿਸਣ ਦਾ ਭਾਵ ਬਾਲਕਾਂ, ਜਿਹੜੇ ਬਾਲਕ ਸਾਥੀ ਨੇ ਉਹਨਾਂ ਦੇ ਨਾਲ ਬਹੁਤ ਪ੍ਰੀਤ ਹੈ, ਕਦੇ ਵੀ ਉਹਨਾਂ ਦਾ ਸਾਥ ਨਹੀਂ ਛੱਡਦੇ। ਸੰਗ ਨਾ ਤਜੇ ਰਹੇ ਮੁਖ ਹੇਰੀ, ਕਦੇ ਵੀ ਉਹਨਾਂ ਦਾ ਸਾਥ ਨਹੀਂ ਛੱਡਦੇ ਤੇ ਹਰ ਸਮੇਂ ਉਹਨਾਂ ਦਾ ਸੁੰਦਰ ਮੁਖੜੇ ਵੱਲ ਵੇਖਦੇ ਰਹਿੰਦੇ ਨੇ। ਅਸੀਂ ਪਿੱਛੇ ਪ੍ਰਸੰਗ ਦੇ ਵਿੱਚ ਸਰਵਣ ਕੀਤਾ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅੱਗੇ ਅੱਗੇ ਭੱਜਦੇ ਨੇ, ਉਹਨਾਂ ਦੇ ਸਾਥੀ ਵੀ ਮਗਰ ਮਗਰ ਭੱਜੇ ਜਾਂਦੇ ਨੇ। ਜਦੋਂ ਬੈਠ ਜਾਂਦੇ ਨੇ ਤਾਂ ਸਾਥੀ ਵੀ ਨਾਲ ਹੀ ਉੱਥੇ ਬੈਠ ਜਾਂਦੇ ਨੇ। ਜਦੋਂ ਖੜੇ ਹੁੰਦੇ ਨੇ ਤਾਂ ਸਾਥੀ ਵੀ ਉਹਨਾਂ ਦੇ ਨਾਲ ਖੜੇ ਹੋ ਜਾਂਦੇ ਨੇ। ਇਸੇ ਤਰ੍ਹਾਂ ਜਿਹੜੇ ਬਾਲਕ ਸਾਥੀ ਨੇ ਨਾ, ਉਹਨਾਂ ਦਾ ਸਾਥ ਨਹੀਂ ਛੱਡਦੇ, ਬਹੁਤ ਪਿਆਰ ਕਰਦੇ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ, ਤੇ ਇਸੇ ਤਰ੍ਹਾਂ ਉਹਨਾਂ ਦੇ ਨਾਲ ਹੀ ਉਹਨਾਂ ਦੇ ਸੁੰਦਰ ਮੁਖੜੇ ਵੱਲ ਵੇਖਦੇ ਰਹਿੰਦੇ ਨੇ। ਸਦਨ ਆਏ ਜਬ ਦੀਨਾ ਨਾਥੂ, ਸਿਸਨੈ ਤਜੇ ਰਹੇ ਨਿਹਿਤ ਸਾਥੂ। ਤੇ ਕਹਿੰਦੇ ਦੀਨਾ ਨਾਥੂ ਦਾ ਭਾਵ ਹੈ ਗਰੀਬਾਂ ਦਾ ਮਾਲਕ, ਗਰੀਬਾਂ ਦਾ ਨਾਥ, ਗਰੀਬਾਂ ਦਾ ਆਸਰਾ। ਸਦਨ ਦਾ ਭਾਵ ਹੈ ਘਰ। ਸਦਨ ਆਏ ਜਬ ਦੀਨਾ ਨਾਥੂ, ਕਿ ਜਦੋਂ ਗਰੀਬਾਂ ਦਾ ਮਾਲਕ, ਗਰੀਬਾਂ ਦਾ ਆਸਰਾ, ਦੀਨਾ ਦਾ ਨਾਥ ਜਦੋਂ ਘਰ ਦੇ ਵਿੱਚ ਆਉਂਦਾ ਹੈ ਨਾ, ਸਿਸ ਨੇ ਤਜੇ ਰਹੇ ਹਿਤ ਸਾਥੂ, ਕਿ ਜਿਹੜੇ ਬਾਲਕ ਨੇ ਨਾ, ਉਹਨਾਂ ਦਾ ਸਾਥ ਨਹੀਂ ਛੱਡਦੇ, ਉਹਨਾਂ ਦੇ ਨਾਲ ਹੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਹੀ ਉਹਨਾਂ ਦੇ ਘਰ ਵੱਲ ਆ ਜਾਂਦੇ ਨੇ, ਉਹਨਾਂ ਦਾ ਇੱਕ ਪਲ ਵੀ ਵਸਾ ਨਹੀਂ ਖਾਂਦੇ।
ਬਾਹਰ ਚਲਤਿਓ ਸੰਗ ਸਿਧਾਰੇ, ਇਸ ਬਿਦ ਨਿਤ ਪ੍ਰਤ ਸੁਖਦ ਬਿਹਾਰੇ। ਤੇ ਕਹਿੰਦੇ ਜਦੋਂ ਬਾਹਰ ਨੂੰ ਜਾਂਦੇ ਨੇ ਨਾ ਘਰ ਦੇ ਵਿੱਚੋਂ, ਉਹ ਸਾਥੀ ਵੀ ਮਗਰ ਮਗਰ ਭੱਜੇ ਜਾਂਦੇ ਨੇ, ਨਾਲ ਨਾਲ ਹੀ ਉਹਨਾਂ ਦੇ ਘਰੋਂ ਬਾਹਰ ਚਲੇ ਜਾਂਦੇ ਨੇ। ਇਸ ਵਿਦ ਭਾਵ ਇਸ ਤਰ੍ਹਾਂ ਇਸ ਵਿਧੀ ਦੇ ਨਾਲ ਨਿਤ ਪ੍ਰਤ ਸੁਖਦ ਬਿਹਾਰੇ, ਕਿ ਹਰ ਸਮੇਂ ਸੁੱਖਾਂ ਦੇ ਵਿੱਚ ਵਿਚਰਦੇ ਨੇ ਉਹ ਬਾਲਕ ਵੀ। ਸਵਸ਼ ਵਸ਼ ਸ਼ਿਮੋਚਿਤ ਬਾਲਾ, ਕਰੇ ਕਿਤੇ ਜੋ ਦੀਨ ਦਿਆਲਾ। ਤੇ ਇਸੇ ਤਰ੍ਹਾਂ ਕਹਿੰਦੇ ਨੇ ਸਵਸ਼ ਦਾ ਭਾਵ ਹੁੰਦਾ ਪਵਿੱਤਰ, ਸਾਫ, ਤੇ ਇਸੇ ਤਰ੍ਹਾਂ ਪਵਿੱਤਰ ਮਨ ਵਾਲੇ ਮੁਕਤੀ ਲਾਇਕ ਬਾਲਕ ਹਨ। ਕਰੇ ਕਿਤੇ ਜੋ ਦੀਨ ਦਿਆਲਾ, ਉਹ ਕੁਝ ਕਰਦੇ ਨੇ ਜੋ ਦੀਨ ਦਿਆਲ ਗੁਰੂ ਜੀ ਉਹਨਾਂ ਨੂੰ ਆਗਿਆ ਕਰਦੇ ਨੇ। ਜੋ ਕੁਝ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਦੇ ਨੇ ਨਾ, ਉਹ ਬਾਲਕ ਸਾਥੀ ਵੀ ਉਹਨਾਂ ਦਾ ਉਸੇ ਤਰ੍ਹਾਂ ਸਾਥ ਦਿੰਦੇ ਨੇ, ਉਹੀ ਕੁਝ ਕਰਦੇ ਨੇ। ਦੋਹਰਾ ਲੀਲਾ ਬਾਲਕ ਖੇਲ ਕੀ, ਸਲੰਕਾਰ ਸਬਲਾਸ। ਸੋ ਸਿੱਖ ਤਰਹੀ ਧਿਆਨ ਕੋ, ਦੇ ਸਤਿਗੁਰ ਸੁਖ ਰਾਸ। ਤੇ ਇਸੇ ਤਰ੍ਹਾਂ ਜਿਹੜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਲ ਰੂਪ ਦੀ ਲੀਲਾ ਸੀ ਨਾ, ਬਾਲਕ ਖੇਲ ਲੀਲਾ ਸੀ। ਲੀਲਾ ਬਾਲਕ ਖੇਲ ਕੀ, ਸਲੰਕਾਰ ਸਬਲਾਸ। ਸਲੰਕਾਰ ਦਾ ਭਾਵ ਹੁੰਦਾ ਹੈ ਅਲੰਕਾਰਾਂ ਦੇ ਵਿੱਚ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਖੇਲ ਸੀ ਬਾਲਕ ਦੀ, ਬਾਲਕ ਰੂਪ ਦੇ ਵਿੱਚ ਬਾਲ ਲੀਲਾ ਸੀ ਨਾ, ਕਵੀ ਜੀ ਕਹਿੰਦੇ ਨੇ ਕਿ ਉਹ ਅਲੰਕਾਰਾਂ ਦੇ ਸਹਿਤ ਆਖੀ ਗਈ ਹੈ। ਜੋ ਸਿੱਖ ਧਰਹਿ ਧਿਆਨ ਕੋ, ਵੀ ਜਿਹੜਾ ਵੀ ਸਿੱਖ ਇਸ ਬਾਰੇ ਧਿਆਨ ਧਰੇਗਾ ਨਾ, ਦੇ ਸਤਿਗੁਰ ਸੁਖ ਰਾਸ, ਵੀ ਉਸ ਨੂੰ ਸਤਿਗੁਰੂ ਜੀ ਸਾਰੇ ਸੁੱਖ ਜਿਹੜੇ ਨੇ ਉਹ ਦੇਣਗੇ। ਅੱਜ ਤੱਕ ਦੇ ਪ੍ਰਸੰਗ ਦੇ ਵਿੱਚ ਇਸ ਅਧਿਆਏ ਦੀ ਜੋ 5ਵਾਂ ਅਧਿਆਏ ਹੈ, ਜਿਸ ਦਾ ਪ੍ਰਸੰਗ ਸੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਲ ਰੂਪ ਦੇ ਕੋਤਕ, ਉਹ ਇੱਥੇ ਇਸ ਪ੍ਰਸੰਗ ਦੀ ਸਮਾਪਤੀ ਹੁੰਦੀ ਹੈ। ਇਸ ਪ੍ਰਸੰਗ ਦੇ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਲ ਜੀਵਨ ਦੇ ਕੋਤਕਾਂ ਦੇ ਬਾਰੇ ਪ੍ਰਸੰਗ ਜਿਹੜਾ ਸਾਂਝਾ ਕੀਤਾ ਹੈ, ਤੇ ਉਹ ਵਿਚਾਰ ਚਰਚਾ ਅਸੀਂ ਕੀਤੀ ਹੈ। ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ 6ਵੇਂ ਅਧਿਆਏ ਦੀ ਆਰੰਭਤਾ ਕਰਾਂਗੇ, ਜਿਸ ਦਾ ਸਿਰਲੇਖ ਜਾਂ ਜਿਸ ਦੀ ਵਿਚਾਰ, ਜਿਸ ਦਾ ਪ੍ਰਸੰਗ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਪਾਂਡੇ ਦੇ ਕੋਲ ਪੜ੍ਹਨ ਜਾਣਾ। ਗੋਪਾਲ ਪਾਂਡੇ ਪ੍ਰਤ ਉਪਦੇਸ਼, ਭਾਵ ਉਹਨਾਂ ਦੇ ਕੋਲ ਜਾ ਕੇ ਵਿਚਾਰ ਚਰਚਾ ਕਰਨੀ, ਜਾਂ ਜੋ ਕੁਝ ਵੀ ਅਸੀਂ ਇਤਿਹਾਸ ਦੇ ਪੰਨਿਆਂ ਦੇ ਉੱਤੇ ਉਹਨਾਂ ਦੇ ਬਾਬਤ ਸੁਣਨਾ ਕੀਤਾ ਹੈ ਨਾ, ਉਹ ਸਾਰਾ ਦਾ ਸਾਰਾ ਜੋ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਆਰੰਭ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਕਰਦਿਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ, ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਦਿਆਂ ਹੋਇਆ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।